गुड मॉर्निंग एवरीवन। अज असी साइंस का टॉपिक कर रहे हैं एटम। ईटीटी मास्टर ग्रेडर सैकेंड पेपर का एटम एंड मॉलीक्यूल केमिस्ट्री का टॉपिक आ। एटम्स की होंगे ने तो किने इन्हों सब तो पहला डिस्कवर किया सी, ये सारा कुछ अज आप इस चैप्टर के करांगे। एटम्स की ने, एटम्स के बारे सब तो पहला जो दसिया सी वो दसिया सी महारिषि कनाड ने। किने दसिया सी? महारिषि कनाड ने। महारिषि कनाड ने कहा सी कि ਜਿਹੜੇ ਸਾਰੇ ਪਦਾਰਥ ਨੇ ਆਪਣੇ ਉਹ ਕਿਹਦੇ ਤੋਂ ਬਣੇ ਹੋਏ ਨੇ? ਛੋਟੇ ਛੋਟੇ ਕਣਾਂ ਤੋਂ ਬਣੇ ਹੋਏ ਨੇ, ਜਿਨ੍ਹਾਂ ਨੂੰ ਆਪਾਂ ਅੱਗੋਂ ਹੋਰ ਨਹੀਂ ਵੰਡ ਸਕਦੇ। ਇਹਨਾਂ ਸੂਖਮ ਕਣਾਂ ਨੂੰ ਉਹਨਾਂ ਨੇ ਕਾਹਦਾ ਨਾਮ ਦਿੱਤਾ ਸੀ? ਐਟਮਸ ਦਾ ਨਾਮ ਦਿੱਤਾ ਸੀ, ਜਿਨ੍ਹਾਂ ਨੂੰ ਅਸੀਂ ਅੱਗੇ ਨਹੀਂ ਵੰਡ ਸਕਦੇ। ਯਾਨੀ ਕਿ ਐਟਮਸ ਨੂੰ ਕੀ ਕਿਹਾ ਜਾਂਦਾ ਆ? परमाणु कहा जाता है। बट जी इन्हों की गल सी किसी हद तक तो सही सी, बट आप अगे जाके देखा कि एटम्स के अंदर होर की होंगे ने? प्रोटोन्स, इलैक्ट्रॉन्स, न्यूट्रॉन्स भी होंगे ने। उन्होंने बारे हजे आप नहीं पढ़ना, हले जस्ट की है एटम्स के बारे किने दसिया सी? महारिषि कनाड ने दसिया सी। उस तो बाद एटम के बारे स्टडी करने तो पहला आप करते हैं लॉ ऑफ कैमिकल कॉम्बीनेशन, यानी कि रसायनिक संयोजन के नियम। ये किने दिते सी? ये विग्यानिक एंटोनी एल लवूजियर ने दिते सी। ये दिते सी एल लवूजियर ने। ये दो ला सी। फस्ट ला नूं आंदे आ पुंज संरक्षण का नियम। काहदा नियम? पुंज संरक्षण का नियम। तो दूसरा नियम जिहड़ा सीगा वो सीगा स्थिर अनुपात का नियम। ये दो नियम बहुत जरूरी ने। स्थिर अनुपात का नियम ਜਿਹੜਾ ਪਹਿਲਾ ਲਾ ਆ ਪੁੰਜ ਸੁਰੱਖਣ ਦਾ ਨਿਯਮ। ਪੁੰਜ ਸੁਰੱਖਣ ਦਾ ਨਿਯਮ ਕੀ ਆਂਦਾ ਆ ਵੀ ਜੇ ਆਪਾਂ ਕੋਈ ਵੀ ਰਸਾਇਣਿਕ ਕਿਰਿਆ ਕਰਦੇ ਹਾਂ, ਸਪੋਜ਼ ਕਰ ਲਓ ਮੈਂ ਹਾਈਡਰੋਜਨ ਤੇ ਆਕਸੀਜਨ ਨੂੰ ਮਿਕਸ ਕਰਦੀ ਹਾਂ। ਹਾਈਡਰੋਜਨ ਮੈਂ ਮੰਨ ਲਓ ਲੈ ਲਿਆ 2 ਗ੍ਰਾਮ, ਆਕਸੀਜਨ ਮੰਨ ਲਓ ਮੈਂ ਲੈ ਲਿਆ 3 ਗ੍ਰਾਮ। ਤਾਂ ਉਹ ਕਹਿੰਦੇ ਜਿਹੜਾ ਇਹਦੇ ਵਿੱਚ ਪ੍ਰੋਡਕਟ ਬਣੂਗਾ ਤਾਂ ਉਹਦਾ ਮਾਸ ਵੀ ਕਿੰਨਾ ਹੋਊਗਾ? ਜਿੰਨਾ ਆਪਾਂ ਪਹਿਲਾਂ ਲਿਆ ਉਹਨਾਂ ਦੇ ਜੋੜ ਦੇ ਬਰਾਬਰ। ਯਾਨੀ ਕਿ ਨਾ ਤਾਂ ਆਪਾਂ ਪੁੰਜ ਦੀ ਸਿਰਜਣ ਕਰ ਸਕਦੇ ਹਾਂ, ਨਾ ਹੀ ਪੁੰਜ ਦਾ ਵਿਨਾਸ਼ ਕਰ ਸਕਦੇ ਹਾਂ। ਸਥਿਰ ਅਨੁਪਾਤ ਦਾ ਕੀ? ਅਨੁਪਾਤ ਦਾ ਨਿਯਮ ਕੀ ਆਂਦਾ ਵੀ ਜਿਹੜੇ ਵੀ ਕੰਪਾਊਂਡ ਆਪਸ ਵਿੱਚ ਮਿਕਸ ਹੁੰਦੇ ਆ, ਜਦੋਂ ਆਪਾਂ ਉਹਨਾਂ ਦਾ ਅਨੁਪਾਤ ਫਾਈਂਡ ਕਰਦੇ ਹਾਂ ਕਿਸੇ ਵੀ ਯੌਗਿਕ ਵਿੱਚ, ਜਿਹੜਾ ਉਹਨਾਂ ਦਾ ਨਿਸ਼ਚਿਤ ਪੁੰਜ ਹੁੰਦਾ ਮਤਲਬ ਉਹ ਇੱਕ ਫਿਕਸ ਅਨੁਪਾਤ ਦੇ ਵਿੱਚ ਮੌਜੂਦ ਹੁੰਦੇ ਹਨ। ਜਿਵੇਂ ਹੁਣ ਕਹਿ ਦਈਏ ਵੀ ਆਪਾਂ ਹਾਈਡਰੋਜਨ ਅਤੇ ਆਕਸੀਜਨ ਦੀ ਪੁੰਜਾਂ ਦਾ ਅਨੁਪਾਤ ਫਾਈਂਡ ਕਰੀਏ। ਹਾਈਡਰੋਜਨ ਦਾ ਜਿਹੜਾ ਮਾਸ, ਹੁਣ ਵਾਟਰ ਦੇ ਵਿੱਚ ਹਾਈਡਰੋਜਨ ਦੇ 2 ਪਰਮਾਣੂ ਹੁੰਦੇ ਆ, ਆਕਸੀਜਨ ਦਾ 1 ਪਰਮਾਣੂ ਹੁੰਦਾ। ਅਤੇ ਹੁਣ ਇੱਕ ਹਾਈਡਰੋਜਨ ਦਾ ਜਿਹੜਾ ਪਰਮਾਣੂ ਪੁੰਜ ਆ ਉਹ 1 ਹੁੰਦਾ, ਤਾਂ 2 ਹਾਈਡਰੋਜਨ ਆ ਤਾਂ 2 ਹਾਈਡਰੋਜਨ ਦਾ ਪੁੰਜ ਕੀ ਹੋ ਜਾਊਗਾ? 2। ਆਕਸੀਜਨ ਦਾ ਅਟੋਮਿਕ ਨੰਬਰ ਹੁੰਦਾ ਆ 8, ਪਰਮਾਣੂ ਸੰਖਿਆ 8 ਹੁੰਦੀ ਆ ਅਤੇ ਇਹਦਾ ਪਰਮਾਣੂ ਪੁੰਜ ਹੁੰਦਾ ਆ 16। ਤਾਂ 2:16 ਕਿੰਨਾ ਆ ਗਿਆ? 1:8 ਦੇ ਵਿੱਚ ਹੋ ਗਿਆ। ਯਾਨੀ ਕਿ ਜਿਹੜਾ ਵਾਟਰ ਆ ਉਹ ਹਮੇਸ਼ਾ ਕਿੰਨੇ ਅਨੁਪਾਤ ਦੇ ਵਿੱਚ ਮਿਲੂਗਾ ਆਪਾਂ ਨੂੰ? 1:8 ਦੇ ਵਿੱਚ ਮਿਲੂਗਾ। ਯਾਨੀ ਕਿ ਜਿੰਨੇ ਵੀ ਪਦਾਰਥ ਐਗਜ਼ਿਸਟ ਕਰਦੇ ਆ ਉਹਨਾਂ ਦੇ ਵਿੱਚ ਜਿੰਨੇ ਵੀ ਪਰਮਾਣੂ ਹੁੰਦੇ ਆ ਉਹਨਾਂ ਦਾ ਜਿਹੜਾ ਅਨੁਪਾਤ ਹੁੰਦਾ ਉਹ ਹਮੇਸ਼ਾ ਕੀ ਹੁੰਦਾ? ਸਥਿਰ ਅਨੁਪਾਤ ਹੁੰਦਾ ਆ। ਨੈਕਸਟ ਉਹਨਾਂ ਨੇ ਹੁਣ ਪ੍ਰੋਬਲਮ ਕੀ ਸੀ? ਐਲ ਲਵੂਜ਼ੀਅਰ ਨੇ ਜਿਹੜੇ ਸੀਗਾ ਐਂਟੋਨੀ ਐਲ ਲਵੂਜ਼ੀਅਰ ਸੀ, ਉਹਨੇ 2 ਲਾ ਤਾਂ ਦਿੱਤੇ, ਇਹਨਾਂ ਨੂੰ ਐਕਸਪਲੇਨ ਨਹੀਂ ਕੀਤਾ। ਇਸ ਤੋਂ ਬਾਅਦ ਜਾਨ ਡਾਲਟਨ ਨੇ ਇਹ ਸਾਰੇ ਨਿਯਮ ਵੀ ਮਤਲਬ ਐਕਸਪਲੇਨ ਕੀਤੇ ਅਤੇ ਉਹਨੇ ਹੋਰ ਵੀ ਬਹੁਤ ਕੁਛ ਦੱਸਿਆ ਐਟਮਸ ਬਾਰੇ, ਜਿਹੜਾ ਕਿ ਆਪਾਂ ਅੱਗੇ ਕਰਦੇ ਹਾਂ। ਹੁਣ ਅਸੀਂ ਪੜ੍ਹਦੇ ਹਾਂ ਕਿ ਡਾਲਟਨ ਨੇ ਐਟਮ ਬਾਰੇ ਕੀ ਦੱਸਿਆ, ਡਾਲਟਨ ਨੇ ਪਰਮਾਣੂ ਬਾਰੇ ਕੀ ਦੱਸਿਆ। ਡਾਲਟਨ ਨੇ ਵੀ ਇਹੀ ਕਿਹਾ ਸੀ ਕਿ ਜਿਹੜੇ ਨਾ ਵੰਡਣਯੋਗ ਕਣ ਹੁੰਦੇ ਨੇ, ਸੂਖਮ ਕਣ ਹੁੰਦੇ ਨੇ, ਉਹਨਾਂ ਨੂੰ ਡਾਲਟਨ ਨੇ ਕਾਹਦਾ ਨਾਮ ਦਿੱਤਾ? ਪਰਮਾਣੂ ਦਾ ਨਾਮ ਦਿੱਤਾ। ਅਤੇ ਡਾਲਟਨ ਨੇ ਜਿਹੜੇ ਪਰਮਾਣੂ ਸਿਧਾਂਤ ਸੀਗੇ ਆਪਣੇ ਕੋਲ, ਪੁੰਜ ਦਾ ਸਿਧਾਂਤ ਅਤੇ ਨਿਸ਼ਚਿਤ ਅਨੁਪਾਤ ਦਾ ਸਿਧਾਂਤ, ਇਹਨਾਂ ਦੀ ਵਿਆਖਿਆ ਵੀ ਕੀਤੀ। ਡਾਲਟਨ ਦੇ ਅਨੁਸਾਰ ਜਿਹੜੇ ਵੀ ਆਪਣੇ ਐਲੀਮੈਂਟਸ ਨੇ, ਯਾਨੀ ਕਿ ਜਿਹੜੇ ਵੀ ਪਦਾਰਥ ਨੇ ਜਾਂ ਕੋਈ ਤੱਤ ਨੇ ਜਾਂ ਕੋਈ ਯੌਗਿਕ ਆ, ਉਹ ਸਾਰੇ ਕਿਸ ਤੋਂ ਯੌਗਿਕ ਕਿਸ ਤੋਂ ਬਣੇ ਹੋਏ ਨੇ? ਐਟਮ ਤੋਂ ਬਣੇ ਹੋਏ ਨੇ। ਇਹ ਸਾਰੇ ਕਿਸ ਤੋਂ ਬਣੇ ਹੋਏ ਨੇ? ਐਟਮ ਤੋਂ ਬਣੇ ਹੋਏ ਨੇ। ਯਾਨੀ ਕਿ ਸਾਰੇ ਪਦਾਰਥ ਕਿਸ ਤੋਂ ਬਣਦੇ ਆ? ਪਰਮਾਣੂਆਂ ਤੋਂ ਬਣਦੇ ਆ। ਅਤੇ ਪਰਮਾਣੂ ਕੀ ਹੁੰਦੇ ਨੇ? ਨਾ ਵੰਡਣਯੋਗ ਸੂਖਮ ਕਣ ਹੁੰਦੇ ਨੇ, ਜੋ ਨਾ ਤਾਂ ਖੁਦ ਬਣਦੇ ਨੇ, ਨਾ ਹੀ ਉਹਨਾਂ ਦਾ ਵਿਨਾਸ਼ ਹੁੰਦਾ। ਨਾ ਯਾਨੀ ਕਿ ਨਾ ਤਾਂ ਉਹਨਾਂ ਦੀ ਸਿਰਜਤ ਹੁੰਦੀ ਆ ਅਤੇ ਨਾ ਹੀ ਉਹਨਾਂ ਦਾ ਕੀ ਹੁੰਦਾ ਆ? ਵਿਨਾਸ਼ ਹੁੰਦਾ ਆ। ਯਾਨੀ ਕਿ ਜੇ ਇੱਕ ਐਟਮ ਹੈਗਾ ਤਾਂ ਉਹ ਇੱਕ ਐਟਮ ਹੀ ਰਹੂਗਾ, ਉਹਦਾ ਖੁਦ ਵਿਨਾਸ਼ ਨਹੀਂ ਹੋਊਗਾ। ਅਤੇ ਨੈਕਸਟ ਇਹਨੇ ਦੱਸਿਆ ਸੀ, ਡਾਲਟਨ ਨੇ ਕਿਹਾ ਸੀ ਕਿ ਹਰੇਕ ਤੱਤ ਦੇ ਜਿਹੜੇ ਪਰਮਾਣੂਆਂ ਦਾ ਪੁੰਜ ਆ ਅਤੇ ਉਹਨਾਂ ਦੇ ਜਿਹੜੇ ਰਸਾਇਣਿਕ ਗੁਣ ਆ ਉਹ ਸਮਾਨ ਹੁੰਦੇ ਆ। ਜਿਵੇਂ ਹੁਣ ਮੰਨ ਲਓ ਮੈਂ 2 ਆਕਸੀਜਨ ਦੇ ਐਟਮ ਲੈ ਲਏ
ਤਾਂ ਇਸ ਆਕਸੀਜਨ ਐਟਮ ਦਾ ਜਿਹੜਾ ਪਰਮਾਣੂ ਦਾ ਪੁੰਜ ਆ ਉਹ ਵੀ 16 ਹੀ ਹੋਊਗਾ ਅਤੇ ਇਹਦਾ ਵੀ ਪੁੰਜ ਕੀ ਹੋਊਗਾ 16 ਹੋਊਗਾ। ਅਤੇ ਜੇ ਆਪਾਂ ਵੱਖਰੇ ਵੱਖਰੇ ਤੱਤਾਂ ਦੇ ਪਰਮਾਣੂ ਲੈ ਲਈਏ, ਜਿਵੇਂ ਮੈਂ ਇੱਕ ਲੈ ਲਾਂ ਹਾਈਡਰੋਜਨ ਦਾ, ਇੱਕ ਲੈ ਲਾਂ ਆਕਸੀਜਨ ਦਾ ਪਰਮਾਣੂ, ਤਾਂ ਹਾਈਡਰੋਜਨ ਦੇ ਪਰਮਾਣੂ ਦਾ ਪੁੰਜ 1 ਹੁੰਦਾ ਅਤੇ ਆਕਸੀਜਨ ਦੇ ਪਰਮਾਣੂ ਦਾ ਪੁੰਜ 16 ਹੁੰਦਾ। ਯਾਨੀ ਕਿ ਵੱਖਰੇ ਵੱਖਰੇ ਤੱਤਾਂ ਦੇ ਪਰਮਾਣੂ ਦੇ ਪੁੰਜ ਅਤੇ ਇਹਨਾਂ ਦੇ ਜਿਹੜੇ ਰਸਾਇਣਿਕ ਗੁਣ ਆ ਉਹ ਵੀ ਕੀ ਹੋਣਗੇ, ਵੱਖਰੇ ਹੋਣਗੇ। ਅਤੇ ਵੱਖ ਵੱਖ ਤੱਤਾਂ ਦੇ ਪਰਮਾਣੂ ਜਦੋਂ ਆਪਸ ਵਿੱਚ ਮਿਲਦੇ ਆ ਤਾਂ ਉਹ ਕਿਹੜੇ ਅਨੁਪਾਤ ਦੇ ਵਿੱਚ ਮਿਲਦੇ ਆ, ਸਮਾਨ ਅਨੁਪਾਤ ਦੇ ਵਿੱਚ ਮਿਲਦੇ ਆ। ਜਿਵੇਂ ਆਪਾਂ ਵਾਟਰ ਦੇ ਵਿੱਚ ਕਿਹਾ ਸੀ ਹਾਈਡਰੋਜਨ ਅਤੇ ਆਕਸੀਜਨ ਕਿੰਨੇ ਰੇਸ਼ੋ ਦੇ ਵਿੱਚ ਮਿਲਦੇ ਸੀ, 1:8 ਦੇ ਅਨੁਪਾਤ ਦੇ ਵਿੱਚ ਆਪਸ 'ਚ ਮਿਲ ਕੇ ਕੀ ਬਣਾਉਂਦੇ ਸੀ, ਇੱਕ ਯੌਗਿਕ ਬਣਾਉਂਦੇ ਸੀ, ਇੱਕ ਮੋਲੀਕਿਊਲ ਬਣਾਉਂਦੇ ਸੀ। ਕਿਸੇ ਵੀ ਯੌਗਿਕ ਦੇ ਜਿਹੜੇ ਪਰਮਾਣੂਆਂ ਦੀ ਜਿਹੜੀ ਸੰਪੇਖ ਸੰਖਿਆ ਹੁੰਦੀ ਆ, ਯਾਨੀ ਕਿ ਪਰਮਾਣੂ ਪੁੰਜ ਹੁੰਦਾ ਆ ਜਾਂ ਉਹ ਕੀ ਹੁੰਦਾ ਆ, ਨਿਸ਼ਚਿਤ ਹੁੰਦਾ ਆ ਹਰੇਕ ਦੇ ਵਿੱਚ। ਜਿਵੇਂ ਹੁਣ ਵਾਟਰ ਆ, ਜਦੋਂ ਆਪਾਂ ਇਹਦਾ ਪੁੰਜ ਫਾਈਂਡ ਕਰਾਂਗੇ ਤਾਂ ਉਹ 2 + 16 ਕੀ ਆਊਗਾ, 18 ਗ੍ਰਾਮ ਆਊਗਾ। ਨੈਕਸਟ ਹੁਣ ਪਰਮਾਣੂ ਕੀ ਹੁੰਦਾ ਹੈ, ਇਹਦਾ ਮਤਲਬ ਪਰਮਾਣੂ ਕੀ ਹੈ, ਇੱਕ ਛੋਟਾ ਜਿਹਾ ਕਣ ਆ। ਸਾਰੇ ਪਦਾਰਥਾਂ ਦੀ ਰਚਨਾਤਮਕ ਇਕਾਈ ਨੂੰ ਕੀ ਕਿਹਾ ਜਾਂਦਾ, ਪਰਮਾਣੂ ਕਿਹਾ ਜਾਂਦਾ। ਯਾਨੀ ਕਿ ਸਾਰੇ ਐਲੀਮੈਂਟ ਜਿੰਨੇ ਵੀ ਅਰਥ 'ਤੇ ਐਗਜ਼ਿਸਟ, ਕੋਈ ਚੇਅਰ ਜਾਂ ਖੁਦ ਆਪਾਂ, ਸਾਰੇ ਆਪਾਂ ਕਿਸ ਤੋਂ ਐਗਜ਼ਿਸਟ ਕਰਦੇ ਹਾਂ, ਪਰਮਾਣੂ ਤੋਂ ਐਗਜ਼ਿਸਟ ਕਰਦੇ ਹਾਂ। ਨੈਕਸਟ ਆਪਾਂ ਸਟੱਡੀ ਕਰਦੇ ਹਾਂ ਕਿ ਸਾਈਜ਼ ਆਫ ਪਰਮਾਣੂ ਕੀ ਹੁੰਦਾ ਆ, ਸਾਈਜ਼ ਆਫ ਐਟਮ। ਸਾਈਜ਼ ਆਫ ਐਟਮ ਨੂੰ ਮਾਪਿਆ ਜਾਂਦਾ ਨੈਨੋਮੀਟਰ ਦੇ ਵਿੱਚ। ਕਾਹਦੇ ਵਿੱਚ, ਨੈਨੋਮੀਟਰ ਦੇ ਵਿੱਚ, ਜਿਹਨੂੰ ਆਪਾਂ ਸਮੋਲ nm ਲਿਖਦੇ ਹਾਂ। ਅਤੇ 1 ਨੈਨੋਮੀਟਰ ਕਾਹਦੀ ਇਕੁਅਲ ਹੁੰਦੀ ਆ, 10⁻⁹ ਮੀਟਰ। ਨੈਕਸਟ ਆਪਣੇ ਕੋਲ ਕੀ ਆ ਜਾਂਦਾ, ਹੁਣ ਪਰਮਾਣੂਆਂ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ। ਤਾਂ ਇਹਨਾਂ ਨੇ ਜਿਹੜਾ ਡਾਲਟਨ ਸੀ, ਇਹਨੇ ਪਰਮਾਣੂਆਂ ਦੇ ਸਿੰਬਲਸ ਵੀ ਦਿੱਤੇ ਕਿ ਜਿਵੇਂ ਹੁਣ ਮੰਨ ਲਓ ਆਪਣੇ ਕੋਲ ਇਹ ਸੋਡੀਅਮ ਆ, ਸੋਡੀਅਮ ਪਰਮਾਣੂ ਨੂੰ ਆਪਾਂ ਕਿਵੇਂ ਲਿਖਾਂਗੇ, ਉਹਦਾ ਕੀ ਨਾਮ ਆ, Na, ਠੀਕ ਹੈ। ਇਹ ਉਹਨਾਂ ਨੇ ਨਾਮ ਦਿੱਤੇ। ਹਾਈਡਰੋਜਨ ਦਾ ਸਿੰਬਲ ਕੀ ਆ, H, ਆਕਸੀਜਨ ਦਾ ਸਿੰਬਲ ਕੀ ਆ, O। ਇਹ ਸਾਰੇ ਕੀ ਨੇ, ਇਹਨਾਂ ਦੇ ਸੰਕੇਤ ਨੇ ਕਿ ਆਪਾਂ ਇਹਨਾਂ ਨੂੰ ਇਹਨਾਂ ਸੰਕੇਤਾਂ ਦੇ ਨਾਲ ਲਿਖਦੇ ਹਾਂ। ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ, ਆਪਾਂ ਇਹਨਾਂ ਦੀ ਪਰਮਾਣੂਆਂ ਦੀ ਸੰਖਿਆ, ਪਰਮਾਣੂ ਸੰਖਿਆ ਅਤੇ ਪਰਮਾਣੂ ਪੁੰਜ ਯਾਦ ਕਰ ਲੈਣਾ 1 ਤੋਂ ਲੈ ਕੇ 20 ਤੱਕ। ਇਹ ਸਾਰੇ ਆਪਾਂ ਯਾਦ ਕਰ ਲੈਣੇ ਆ। ਹੁਣ ਉਸ ਤੋਂ ਬਾਅਦ ਕੀ ਆ, ਪਰਮਾਣੂ ਪੁੰਜ ਫਾਈਂਡ ਕਿਵੇਂ ਕੀਤਾ, ਉਹਦੇ ਕੀ ਯੂਨਿਟਸ ਨੇ, ਉਹਦੇ ਯੂਨਿਟਸ ਹੁੰਦੇ ਆ AMU। ਉਹਦੇ ਯੂਨਿਟਸ ਕੀ ਹੁੰਦੇ ਆ, AMU। ਜਿਵੇਂ ਹਾਈਡਰੋਜਨ ਦਾ ਮਾਸ ਆਪਾਂ ਕੀ ਲਿਖਾਂਗੇ, 1 AMU ਲਿਖਾਂਗੇ। AMU ਨੂੰ ਬੋਲਦੇ ਆ ਅਟੋਮਿਕ ਮਾਸ ਯੂਨਿਟ। ਬਟ ਜਿਹੜਾ IUPAC ਸੀ, IUPAC ਕੀ ਆ, IUPAC ਦੀ ਫੁੱਲ ਫੋਰਮ ਆ ਇੰਟਰਨੈਸ਼ਨਲ, ਇਹਦੀ ਫੁੱਲ ਫੋਰਮ ਵੀ ਪੇਪਰ ਦੇ ਵਿੱਚ ਪੁੱਛੀ ਜਾ ਸਕਦੀ ਆ। ਇਹਦੀ ਫੁੱਲ ਫੋਰਮ ਹੈ ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਅਪਲਾਈਡ ਕੈਮਿਸਟਰੀ। I ਫॉर ਇੰਟਰਨੈਸ਼ਨਲ, U ਫॉर ਯੂਨੀਅਨ ਆਫ, ਐਂਡ P ਫॉर ਪਿਓਰ, A ਅਪਲਾਈਡ, ਐਂਡ C ਕੈਮਿਸਟਰੀ। ਤਾਂ ਇਹ ਵੀ ਆਪਾਂ ਨੂੰ ਯਾਦ ਹੋਣੀ ਚਾਹੀਦੀ ਹੈ। ਜਿਹੜਾ IUPAC ਸੀ ਉਹਨੇ ਕਿਹਾ ਸੀ ਵੀ ਜਿਹੜਾ ਆਪਣਾ ਪਰਮਾਣੂ ਪੁੰਜ ਆ, ਇਹਨੂੰ ਆਪਾਂ ਯੂਨਿਟਸ ਨੂੰ ਕੀ ਲਿਖਾਂਗੇ, U ਦੇ ਵਿੱਚ ਲਿਖਾਂਗੇ। U ਦਾ ਮਤਲਬ ਆ ਯੂਨੀਫਾਈਡ। U ਦਾ ਕੀ ਮਤਲਬ ਆ, ਯੂਨੀਫਾਈਡ, ਯੂਨੀਫਾਈਡ। ਅੱਗੋਂ ਆਪਾਂ ਪੜ੍ਹਦੇ ਹਾਂ ਮੋਲੀਕਿਊਲਸ ਦੇ ਬਾਰੇ। ਮੋਲੀਕਿਊਲਸ ਕੀ ਹੁੰਦੇ ਨੇ, ਮੋਲੀਕਿਊਲਸ ਨੂੰ ਪੰਜਾਬੀ 'ਚ ਬੋਲਦੇ ਆ ਅਣੂ। ਅਣੂ ਕੀ ਹੁੰਦੇ ਨੇ, ਅਣੂ ਹੁੰਦੇ ਆ ਕਿ ਜਦੋਂ ਆਪਾਂ ਕਹੀਏ 2 ਜਾਂ 2 ਤੋਂ ਵੱਧ ਪਰਮਾਣੂਆਂ ਨੇ ਆਪਸ ਦੇ ਵਿੱਚ ਰਸਾਇਣਿਕ ਕਿਰਿਆ ਕਰਕੇ ਸਮੂਹ ਬਣਾ ਲਿਆ। ਜਿਵੇਂ ਹਾਈਡਰੋਜਨ ਦਾ ਅਣੂ, ਹਾਈਡਰੋਜਨ ਦਾ ਪਰਮਾਣੂ ਅਤੇ ਆਕਸੀਜਨ ਦਾ ਪਰਮਾਣੂ ਮਿਲ ਕੇ ਵਾਟਰ ਬਣਾਉਂਦੇ ਆ, ਤਾਂ ਇਹਨੂੰ ਕੀ ਬੋਲਦੇ ਆ, ਇਹ ਕੀ ਬਣ ਗਿਆ, ਵਾਟਰ ਦਾ ਅਣੂ ਬਣ ਗਿਆ। ਹੁਣ ਅਣੂ ਜਿਹੜੇ ਹੈਗੇ ਨੇ, ਪਰਮਾਣੂ ਸੀਗੇ, ਪਰਮਾਣੂਆਂ ਦੀ ਸੁਤੰਤਰ ਹੋਂਦ ਹੋ ਵੀ ਸਕਦੀ ਆ ਅਤੇ ਨਹੀਂ ਵੀ ਹੋ ਸਕਦੀ। ਬਟ ਜਿਹੜੇ ਅਣੂ ਨੇ ਆਪਾਂ ਨੂੰ ਇਹ ਸੁਤੰਤਰ ਰੂਪ ਵਿੱਚ ਮਿਲਦੇ ਨੇ ਆਪਾਂ ਨੂੰ, ਜਿਹਦੇ ਵਿੱਚ ਕਾਹਦੇ, ਉਹਦੇ ਯੌਗਿਕਾਂ ਦੇ ਗੁਣ ਹੁੰਦੇ ਨੇ। ਯੌਗਿਕ ਕੀ ਹੁੰਦੇ ਆ, ਕੰਪਾਊਂਡਸ, ਕੰਪਾਊਂਡਸ ਦੇ ਗੁਣ ਹੁੰਦੇ ਨੇ। ਅਣੂ ਨੂੰ ਕੀ ਬੋਲਦੇ ਆ, ਮੋਲੀਕਿਊਲਸ, ਅਤੇ ਯੌਗਿਕ ਨੂੰ ਕੀ ਬੋਲਦੇ ਆ, ਕੰਪਾਊਂਡਸ। ਯਾਨੀ ਕਿ ਜੇ ਆਪਾਂ ਕਹੀਏ ਵੀ ਜਿਵੇਂ ਵਾਟਰ ਆ, ਵਾਟਰ ਦੀ ਟੈਂਕੀ ਆ ਅਤੇ ਇੱਕ ਵਾਟਰ ਦੀ ਆਪਾਂ ਸਿੰਗਲ ਡਰੋਪ ਲਈ ਆ, ਤਾਂ ਡਰੋਪ ਕੀ ਆ, ਇੱਕ ਅਣੂ ਆ ਜਿਹੜਾ ਕੀ ਆ ਸਾਰੇ ਵਾਟਰ ਦੀਆਂ ਪ੍ਰੋਪਰਟੀਜ਼ ਆਪਾਂ ਨੂੰ ਦੱਸ ਸਕਦਾ, ਪ੍ਰੋਪਰਟੀਜ਼ ਐਕਸਪਲੇਨ ਕਰ ਸਕਦਾ। ਸੁਤੰਤਰ ਰੂਪ ਦੇ ਵਿੱਚ ਡਰੋਪ ਵੀ ਕੀ ਹੈ, ਐਗਜ਼ਿਸਟ ਕਰਦੀ ਆ। ਇਹ ਜਿਹੜੇ ਅਣੂ ਹੁੰਦੇ ਨੇ, ਅਣੂ ਦੇ ਵਿੱਚ ਜਿਹੜੇ ਪਰਮਾਣੂ ਹੁੰਦੇ ਨੇ ਇੱਕ ਦੂਜੇ ਨਾਲ ਕਿਹੜੇ ਬਲ ਦੇ ਵਿੱਚ ਬੱਝੇ ਹੁੰਦੇ ਨੇ, ਆਕਰਸ਼ਣ ਬਲ, ਜਿਹਨੂੰ ਆਪਾਂ ਅਟਰੈਕਸ਼ਨ ਫੋਰਸ ਕਹਿੰਦੇ ਹਾਂ, ਉਹਦੇ ਨਾਲ ਕੀ ਹੁੰਦੇ ਨੇ, ਇੱਕ ਦੂਸਰੇ ਦੇ ਨਾਲ ਜੁੜੇ ਹੁੰਦੇ ਨੇ। ਮੈਂ ਸਿਰਫ ਮੇਨ ਹੀ ਕਰਵਾ ਰਹੀ ਹਾਂ, ਮੈਂ ਜ਼ਿਆਦਾ ਡੀਪਲੀ ਨਹੀਂ ਕਰਵਾ ਰਹੀ, ਜਿਹਦੇ ਵਿੱਚ ਆਪਾਂ ਨੂੰ ਕੁਐਸਚਨ ਆ ਸਕਦਾ ਆ।
ਹੁਣ ਨੈਕਸਟ ਹੈ ਪਰਮਾਣੁਤਾ ਕੀ ਹੁੰਦੀ ਆ। ਨੈਕਸਟ ਡੈਫੀਨੇਸ਼ਨ ਆ ਪਰਮਾਣੁਤਾ ਕੀ ਹੁੰਦੀ ਆ। ਪਰਮਾਣੁਤਾ ਹੁੰਦੀ ਆ ਐਟਮਾਂ ਦੀ ਸੰਖਿਆ, ਪਰਮਾਣੂਆਂ ਦੀ ਸੰਖਿਆ। ਜਿਵੇਂ ਹੁਣ ਵਾਟਰ ਆ, ਵਾਟਰ ਦੇ ਵਿੱਚ ਹਾਈਡਰੋਜਨ ਦੀ ਪਰਮਾਣੁਤਾ ਕਿੰਨੀ ਆ 2, ਕਿਉਂਕਿ ਹਾਈਡਰੋਜਨ ਦੇ ਕਿੰਨੇ ਐਟਮ ਆ 2 ਐਟਮ ਆ। ਤੇ ਆਕਸੀਜਨ ਦੀ ਪਰਮਾਣੁਤਾ ਕਿੰਨੀ ਆ 1 ਆ। ਹੁਣ ਇੱਦਾਂ ਹੀ ਐਗਜ਼ਾਮਪਲਸ ਕਰਵਾਉਣੀ ਆ, ਜਿਵੇਂ O2 ਆ, O2 ਦੇ ਵਿੱਚ ਆਕਸੀਜਨ ਦੇ ਕਿੰਨੇ ਪਰਮਾਣੂ ਆ 2, ਤਾਂ ਇਹਦੀ ਪਰਮਾਣੁਤਾ ਕਿੰਨੀ ਹੋਊਗੀ 2। O3 ਹੁੰਦੀ ਆ ਓਜ਼ੋਨ, ਇਹਦੇ ਵਿੱਚ ਕਿੰਨੇ ਪਰਮਾਣੂ ਲੱਗੇ ਹੋਏ ਨੇ 3 ਪਰਮਾਣੂ ਲੱਗੇ ਹੋਏ ਨੇ ਆਕਸੀਜਨ ਦੇ, ਤਾਂ ਇਹਦੀ ਪਰਮਾਣੁਤਾ ਕਿੰਨੀ ਦਿੱਤੀ ਹੋਈ ਆ 3। ਸੋਡੀਅਮ ਦੀ ਪਰਮਾਣੁਤਾ ਕਿੰਨੀ ਆ। ਹੁਣ ਸੋਡੀਅਮ ਧਾਤ ਆਪਣੇ ਕੋਲ ਇੱਕ ਸਿੰਗਲ ਐਗਜ਼ਿਸਟ ਕਰਦੀ ਆ, ਮਤਲਬ ਕੀ ਆ ਇਹ ਕਿਸੇ ਹੋਰ ਦੇ ਨਾਲ ਬੌਂਡ ਨਹੀਂ ਬਣਾਉਂਦੀ, ਜਾਂ ਸਿਰਫ ਇਹਦਾ ਇੱਕ ਪਰਮਾਣੂ ਹੀ ਹੁੰਦਾ ਇਸ ਤੱਤ ਦਾ, ਇਹਦੀ ਵੀ ਪਰਮਾਣੁਤਾ ਕਿੰਨੀ ਆ 1 ਆ। ਕਲੋਰੀਨ ਦੀ ਪਰਮਾਣੁਤਾ ਕਿੰਨੀ ਹੁੰਦੀ ਆ। ਕਲੋਰੀਨ ਆਪਣੇ ਕੋਲ Cl2 ਐਗਜ਼ਿਸਟ ਕਰਦਾ ਹੈ, ਤਾਂ ਕਲੋਰੀਨ ਦੀ ਪਰਮਾਣੁਤਾ ਕਿੰਨੀ ਆ 2 ਪਰਮਾਣੁਤਾ। ਤਾਂ ਇਹ ਮੇਨ ਹੀ ਆਪਾਂ ਯਾਦ ਕਰਨੇ ਆ, ਇਹ ਆਪਾਂ ਸਾਰੇ ਯਾਦ ਨਹੀਂ ਕਰਨੇ। ਨੈਕਸਟ ਆਪਣੇ ਕੋਲ ਕੀ ਆ ਕੈਮੀਕਲ ਫਾਰਮੂਲਾਜ਼ ਕਿੱਦਾਂ ਲਿਖਣਾ ਆ। ਉਸ ਤੋਂ ਪਹਿਲਾਂ ਮੈਂ ਕਰਵਾਉਂਦੀ ਹਾਂ ਆਇਨਸ ਕੀ ਹੁੰਦੇ ਨੇ। ਆਇਨਸ ਕੀ ਹੁੰਦੇ ਨੇ, ION ਆਇਨ। ਕੁਛ ਕੰਪਾਊਂਡ ਇੱਦਾਂ ਦੇ ਹੁੰਦੇ ਆ ਪਰਮਾਣੂਆਂ ਦੇ ਵੀ ਜਿਹੜੇ ਆਪਸ 'ਚ ਮਿਲ ਕੇ ਯੋਗਿਕਤਾ ਬਣਾਉਂਦੇ ਆ, ਬਟ ਉਹਨਾਂ 'ਤੇ ਕੀ ਹੁੰਦਾ ਚਾਰਜ ਹੁੰਦਾ, ਚਾਰਜਿਤ ਕਣ ਹੁੰਦੇ ਨੇ। ਜਿਵੇਂ ਹੁਣ ਮੰਨ ਲਓ NaCl ਆ, NaCl ਦੇ ਵਿੱਚ ਸੋਡੀਅਮ 'ਤੇ ਪੋਜ਼ੀਟਿਵ ਚਾਰਜ ਆ, Cl 'ਤੇ ਨੈਗੇਟਿਵ ਚਾਰਜ ਆ, ਤਾਂ ਇਹ ਕੀ ਬਣਦੇ ਨੇ ਆਇਨ ਬਣਦੇ ਨੇ। ਉਸ ਤੋਂ ਬਾਅਦ ਬਹੁ ਪ੍ਰਮਾਣਵੀ ਕੀ ਹੁੰਦੇ ਨੇ। ਬਹੁ ਪ੍ਰਮਾਣਵੀ ਹੁੰਦੇ ਨੇ ਵੀ ਜਿਨ੍ਹਾਂ 'ਤੇ ਨੈਟ ਚਾਰਜ, ਹੁਣ ਇਹਦੇ 'ਤੇ ਨੈਟ ਚਾਰਜ ਤਾਂ 0 ਆ, ਇਹਨੂੰ ਆਪਾਂ ਆਇਨ ਹੀ ਬੋਲਾਂਗੇ। ਇਹਦੇ ਵਿੱਚ ਸੋਡੀਅਮ ਕੀ ਆ ਧਨ ਚਾਰਜਿਤ ਆ, ਜਿਹਨੂੰ ਆਪਾਂ ਕਟਾਇਨ ਵੀ ਬੋਲਦੇ ਹਾਂ, ਅਤੇ ਕਲੋਰੀਨ ਕੀ ਆ ਨੈਗੇਟਿਵ ਚਾਰਜ ਆ ਇਹਦੇ ਉੱਪਰ, ਇਹਨੂੰ ਆਪਾਂ ਰਿਣਾਤਮਕ ਆਇਨ ਵੀ ਬੋਲਦੇ ਹਾਂ, ਯਾਨੀ ਕਿ ਰਿਣਾਤਮਕ ਕਲੋਰਾਈਡ ਸੰਗਠਕ ਕਣ ਬੋਲਦੇ ਹਾਂ ਇਹਨਾਂ ਨੂੰ ਆਪਾਂ। ਜਿਨ੍ਹਾਂ 'ਤੇ ਨੈਟ ਚਾਰਜ ਹੁੰਦਾ, ਜਿਵੇਂ NH3 ਪੋਜ਼ੀਟਿਵ। ਹੁਣ ਦੇਖੋ ਇਹਦੇ ਵਿੱਚ ਇਕੱਲਾ ਸੋਡੀਅਮ ਸੀ, ਇਹ ਆਇਨ ਸੀ। ਕਲੋਰੀਨ ਵੀ ਕੀ ਸੀ ਇਕੱਲਾ ਆਇਨ ਸੀ। ਹੁਣ NH3 ਇਹਦੇ ਵਿੱਚ 2 ਆ ਗਏ, ਇਹਨਾਂ ਨੂੰ ਆਪਾਂ ਬੋਲਾਂਗੇ ਬਹੁ ਪ੍ਰਮਾਣਵੀ ਆਇਨ। ਬਹੁ ਪ੍ਰਮਾਣਵੀ ਆਇਨਸ 'ਤੇ ਕੀ ਹੁੰਦਾ ਆ ਨੈਟ ਚਾਰਜ ਹੁੰਦਾ ਆ। ਨੈਕਸਟ ਜਿਹੜਾ ਟੌਪਿਕ ਹੈ ਰਾਈਟਿੰਗ ਕੈਮੀਕਲ ਫਾਰਮੂਲਾਜ਼, ਉਹ ਕਰਨ ਤੋਂ ਪਹਿਲਾਂ ਮੈਂ ਸੰਯੋਜਕਤਾ ਕਰਵਾਉਂਦੀ ਹਾਂ ਕਿ ਸੰਯੋਜਕਤਾ ਕੀ ਹੁੰਦੀ ਆ। ਸੰਯੋਜਕਤਾ ਨੂੰ ਆਪਾਂ ਬੋਲਦੇ ਹਾਂ ਵੈਲੈਂਸੀ। ਜਿਵੇਂ ਹੁਣ ਸੋਡੀਅਮ ਆ, ਸੋਡੀਅਮ ਦਾ ਜਿਹੜਾ ਮਤਲਬ ਪਰਮਾਣੂ ਪੁੰਜ ਆ ਉਹ ਹੁੰਦਾ 11। ਸੋਡੀਅਮ ਦਾ ਜਿਹੜਾ ਸੰਕੇਤ ਆ ਉਹ Na ਪੋਜ਼ੀਟਿਵ ਆ। Na ਪੋਜ਼ੀਟਿਵ ਦਾ ਮਤਲਬ ਇਹਦੀ ਜਿਹੜੀ ਸੰਯੋਜਕਤਾ 1 ਆ। 1 ਦਾ ਮਤਲਬ ਕੀ ਹੈ ਵੀ ਇਹ ਇੱਕ ਐਲੀਮੈਂਟ ਦੇ ਨਾਲ ਇੱਕ ਇਲੈਕਟ੍ਰੋਨ ਕੀ ਆ ਆਪਦਾ ਦੇਊਗਾ। ਇਹ ਟੌਪਿਕ ਆਪਾਂ ਸਾਰਾ ਐਕਸਪਲੇਨ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਇਹ ਟੌਪਿਕ ਆਪਾਂ ਅੱਜ ਨਹੀਂ ਸਟਾਰਟ ਕਰਦੇ ਕਿਉਂਕਿ ਇਹਦੇ ਨਾਲ ਕਾਫੀ ਜ਼ਿਆਦਾ ਹੋ ਜਾਊਗਾ। ਜਿਹੜਾ ਸੰਯੋਜਕਤਾ ਵੈਲੈਂਸੀ ਵਾਲਾ ਟੌਪਿਕ ਹੈ ਇਹ ਆਪਾਂ ਪਹਿਲਾਂ ਇਸ ਤੋਂ ਪਹਿਲਾਂ ਰਸਾਇਣਿਕ ਵਾਲਾ ਟੌਪਿਕ ਕਰਾਂਗੇ ਕਿ ਵੀ ਰਸਾਇਣਿਕ ਸਮੀਕਰਨ, ਰਸਾਇਣਿਕ ਸੂਤਰ ਕਿਸੇ ਦੇ ਕਿਵੇਂ ਲਿਖਣੇ ਆ, ਇਹ ਚੀਜ਼ ਮੈਂ ਕਰਵਾਉਂਗੀ। ਤਾਂ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਆ 10 ਜਾਂ 20 ਐਲੀਮੈਂਟਸ ਜਿਵੇਂ ਹਾਈਡਰੋਜਨ, ਹੀਲੀਅਮ, ਲੀਥੀਅਮ, ਬੇਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ, ਨਿਓਨ, ਸੋਡੀਅਮ, ਮੈਗਨੀਸ਼ੀਅਮ, ਅਲੂਮੀਨੀਅਮ, ਇਹਨਾਂ ਸਾਰਿਆਂ ਦੇ ਅਟੋਮਿਕ ਮਾਸ ਅਤੇ ਅਟੋਮਿਕ ਨੰਬਰ ਲਰਨ ਕਰਨੇ ਨੇ। ਅਤੇ ਮੈਥਡ ਵੀ ਦੇਖਣਾ ਹੈ ਕਿ ਅਪਰੋਕਸੀਮੇਟਲੀ ਜਿਹੜਾ ਅਟੋਮਿਕ ਮਾਸ ਹੁੰਦਾ ਉਹ ਡਬਲ ਹੁੰਦਾ। ਹੁਣ ਜਿਵੇਂ ਹਾਈਡਰੋਜਨ ਦਾ ਪਰਮਾਣੂ ਸੰਖਿਆ ਵੀ 1 ਹੁੰਦੀ ਆ ਅਤੇ ਇਹਦੀ ਪਰਮਾਣੂ ਪੁੰਜ ਵੀ 1 ਹੁੰਦਾ। ਹੀਲੀਅਮ ਦਾ 2 ਹੁੰਦਾ ਅਤੇ 4 ਹੁੰਦਾ ਇਹਦਾ ਪਰਮਾਣੂ ਪੁੰਜ। ਲੀਥੀਅਮ ਦੀ ਪਰਮਾਣੂ ਸੰਖਿਆ ਹੁੰਦੀ ਆ 3 ਅਤੇ ਇਹਦਾ ਜਿਹੜਾ ਮਾਸ ਹੁੰਦਾ ਉਹ ਹੁੰਦਾ 7। ਬਰੀਲੀਅਮ ਦਾ 4 ਹੁੰਦਾ ਅਤੇ ਮਾਸ ਹੁੰਦਾ 8। ਇਹਦਾ ਹੁੰਦਾ ਆ ਬੋਰੋਨ ਦਾ 5 ਅਟੋਮਿਕ ਨੰਬਰ ਅਤੇ ਇਹਦਾ ਮਾਸ ਕੀ ਹੋਊਗਾ 11। ਕਾਰਬਨ ਦਾ ਪਰਮਾਣੂ ਸੰਖਿਆ ਹੁੰਦੀ ਹੈ 6, ਇਹਦੀ 7, ਇਹਦੀ 8, ਇਹਦੀ 9, ਇਹਦੀ 10, ਇਹਦੀ 11, 12 ਅਤੇ 13। ਤੁਸੀਂ ਪੰਜਾਬ ਬੋਰਡ ਦੀ ਜਿਹੜੀ ਸਾਇੰਸ ਦੀ ਬੁੱਕ ਆ ਉਹਦਾ 4th ਚੈਪਟਰ ਜਾਂ ਜਿਹੜਾ 3rd ਚੈਪਟਰ ਆ ਉਹਦੇ ਵਿੱਚ ਆ ਪੂਰੀ ਚਾਰਟ ਬਣਿਆ ਹੋਊਗਾ। ਤੁਸੀਂ ਉੱਥੋਂ ਇਹ ਸਾਰਾ ਲਰਨ ਕਰ ਲੈਣਾ। ਪਰਮਾਣੂ ਸੰਖਿਆ ਕਿੰਨੀ ਆ ਹਰ ਇੱਕ ਐਲੀਮੈਂਟ ਦੀ, ਪਹਿਲੇ 20 ਦੀ, ਉਹਨਾਂ ਦੇ ਕੀ ਸਿੰਬਲ ਨੇ ਅਤੇ ਕੀ ਉਹਨਾਂ ਦਾ ਪਰਮਾਣੂ ਪੁੰਜ ਆ। ਅਤੇ ਨੈਕਸਟ ਟੌਪਿਕ ਜਿਹੜਾ ਆਪਾਂ ਰਸਾਇਣਿਕ ਸੂਤਰ ਆ ਉਹ ਨੈਕਸਟ ਵੀਡੀਓ ਦੇ ਵਿੱਚ